ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਕ੍ਰਿਸ਼ਨ ਸਿੰਘ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ। ਕਿਸਾਨਾਂ ਦੀ ਹਮਾਇਤ ਦੇ ਵਿੱਚ ਪੰਜਾਬ ਪੁਲਿਸ ਦੇ ਡੀਆਈਜੀ ਜੇਲ੍ਹਾਂ ਲਖਵਿੰਦਰ ਸਿੰਘ ਨੇ ਅੱਜ ਅਸਤੀਫਾ ਦਿੱਤਾ ਹੈ। ਪ੍ਰਿੰਸੀਪਲ ਗ੍ਰਹਿ ਸਕੱਤਰ ਪੰਜਾਬ ਰਾਜ ਨੂੰ ਆਪਣਾ ਅਸਤੀਫਾ ਵੀ ਭੇਜ ਦਿੱਤਾ ਹੈ। ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦੇ ਫੈਸਲੇ ਸੰਬੰਧੀ ਇਹ ਚਿੱਠੀ ਲਿਖੀ ਹੈ। ਦਿੱਲੀ ਦੇ ਵਿੱਚ ਕਿਸਾਨਾਂ ਦੇ ਸਮਰਥਨ ਦੇ ਵਿੱਚ ਸਾਬਕਾ ਡੀਆਈਜੀ ਲਖਵਿੰਦਰ ਸਿੰਘ ਸ਼ਾਮਲ ਹੋਣ ਜਾ ਰਹੇ ਨੇ। ਪਰ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦੇ ਰੋਸ ਜਿੱਥੇ ਬਰਕਰਾਰ ਨੇ ਉੱਥੇ ਹੀ ਡੀਆਈਜੀ ਲਖਵਿੰਦਰ ਸਿੰਘ ਜੋ ਰਿਜ਼ਾਈਨ ਕਰ ਚੁੱਕੇ ਨੇ। ਕਿਸਾਨਾਂ ਦੇ ਸਮਰਥਨ ਦੇ ਵਿੱਚ ਇਹ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਰੈਂਕ ਰੱਖਦੇ ਅਫਸਰ ਡੀਆਈਜੀ ਲਖਵਿੰਦਰ ਸਿੰਘ ਜਾਖੜ ਜੋ ਰਿਜ਼ਾਈਨ ਕਰ ਚੁੱਕੇ ਨੇ। ਕਿਸਾਨਾਂ ਦੇ ਸੰਘਰਸ਼ ਕਰਕੇ ਪੰਜਾਬ ਪੁਲਿਸ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਜੋ ਅਸਤੀਫਾ ਦੇ ਚੁੱਕੇ ਨੇ। See, I am from a disciplined force. I have served at two posts, one in the army and second here. According to the rules and the regulation and the discipline which I am supposed to be, I cannot support a protest, peaceful or otherwise, once I am in my job. I have to decide about my job first and then decide further course of action. ਸੋ ਸਾਡੇ ਨਾਲ ਖੁਦ ਲਖਵਿੰਦਰ ਸਿੰਘ ਜਾਖੜ ਸਭ ਜੁੜੇ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ। ਜਨਾਬ ਤੁਹਾਡਾ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਅਸੀਂ ਦੇਖ ਰਹੇ ਹਾਂ ਕਿ ਤੁਸੀਂ ਅਸਤੀਫਾ ਦਿੱਤਾ। ਕਿਸਾਨੀ ਸੰਘਰਸ਼ ਲਗਾਤਾਰ ਚੱਲ ਰਿਹਾ ਹੈ। ਆਖਿਰਕਾਰ ਕਿਉਂ ਲੱਗਿਆ ਕਿ ਅਸਤੀਫਾ ਦੇਣ ਨਾਲ ਸਭ ਕੁਝ ਠੀਕ ਹੋ ਜਾਊਗਾ? ਦੇਖੋ ਜੀ, ਮੈਂ ਕਿਸਾਨ ਦਾ ਬੇਟਾ ਹਾਂ ਤੇ ਤੁਹਾਡੇ ਸਾਹਮਣੇ ਹਾਲਾਤ ਖਰਾਬ ਹੋ ਰਹੇ ਦਿਨ ਬ ਦਿਨ ਔਰ ਤੁਸੀਂ ਦੇਖ ਰਹੇ ਹੋ ਕਿ ਪਿਛਲੇ 18 ਦਿਨਾਂ ਤੋਂ ਕਿਸਾਨ ਉੱਥੇ ਬੈਠੇ ਹਨ। ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਭੈਣਾਂ, ਬੱਚੇ ਸਾਡੇ ਉੱਥੇ ਬੈਠੇ ਹਨ। ਕਿਸਾਨੀ ਦੇ ਭਵਿੱਖ ਲਈ ਲੜ ਰਹੇ ਹਨ। ਖੇਤੀ ਕਾਨੂੰਨ ਜੋ ਪਾਸ ਹੋਏ ਹਨ ਇਹਨਾਂ ਨੂੰ ਵਿਡਰਾਅ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਤੇ ਇਸ ਵਿੱਚ ਜੋ ਯੋਗਦਾਨ ਮੈਂ ਪਾ ਸਕਦਾ ਸੀ ਮੈਂ ਪਾਇਆ ਹੈ ਜੀ। ਤੇ ਲਖਵਿੰਦਰ ਜੀ ਤੁਸੀਂ ਅਸਤੀਫਾ ਭੇਜ ਚੁੱਕੇ ਹੋ। ਕਿਸੇ ਸੀਨੀਅਰ ਅਫਸਰ ਦਾ ਫੋਨ ਆਇਆ ਹੋਵੇ, ਤਮਾਮ ਲੋਕਾਂ ਦੇ ਤੁਹਾਨੂੰ ਅੱਜ ਫੋਨ ਆਏ ਹੋਣਗੇ ਕਿਉਂਕਿ ਰੈਂਕ ਬਹੁਤ ਵੱਡਾ ਸੀ ਕਿਸਾਨੀ ਸੰਘਰਸ਼ ਦੇ ਚੱਲਦੇ ਤੁਸੀਂ ਅਸਤੀਫਾ ਦਿੱਤਾ। ਦੇਖੋ ਜੀ, ਮੇਰੇ ਦੋਸਤਾਂ ਮਿੱਤਰਾਂ ਨੇ ਜਾਂ ਆਮ ਲੋਕਾਂ ਨੇ ਮੈਨੂੰ ਇਸ ਬਾਰੇ ਵਧਾਈ ਦਿੱਤੀ ਹੈ ਔਰ ਕਿਹਾ ਹੈ ਕਿ ਅੱਛਾ ਹੈ ਵੀ ਤੁਸੀਂ ਇਸ ਨੋਬਲ ਕਾਜ਼ ਲਈ ਸਾਡੀ ਸਪੋਰਟ ਕਰ ਰਹੇ ਹੋ ਜੀ। ਦਬਾਅ ਕੋਈ ਨਹੀਂ ਹੈ। ਮੇਰੇ ਮਨ ਨੇ ਕਿਹਾ ਤੇ ਜੋ ਦਿਲ ਨੇ ਕਿਹਾ ਉਹ ਮੈਂ ਕੀਤਾ। ਬਿਲਕੁਲ। ਤੇ ਜਾਖੜ ਸਾਹਿਬ ਇੱਕ ਸਵਾਲ ਹੋਰ ਹੈ। ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਤੱਕ ਪਹੁੰਚ ਚੁੱਕਿਆ ਹੈ। ਲਾਅ ਐਂਡ ਆਰਡਰ ਦੀ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ। ਤੁਹਾਨੂੰ ਕੀ ਲੱਗਦਾ ਹੈ, ਪੁਲਿਸ 'ਚ ਤੁਹਾਡਾ ਵੱਡਾ ਐਕਸਪੀਰੀਅੰਸ ਰਿਹਾ ਹੈ ਕਿ ਹਾਲਾਤ ਕਿਹੜੇ ਬਣਦੇ ਜਾ ਰਹੇ ਨੇ? ਸਰਕਾਰਾਂ ਆਖਿਰਕਾਰ ਸੁਣ ਕਿਉਂ ਨਹੀਂ ਰਹੀਆਂ? ਸਰਕਾਰ ਦੇ ਨਾ ਸੁਣਨ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਬਟ ਜਿੱਥੋਂ ਤੱਕ ਲੀਗਲ ਹੈ ਜੀ, ਇਹ ਜਿਹੜਾ ਸਟੇਟ ਸਬਜੈਕਟ ਹੈ ਐਗਰੀਕਲਚਰ ਦਾ ਤੇ ਸਟੇਟ ਨੂੰ ਇਸ ਬਾਰੇ ਕਾਨੂੰਨ ਬਣਾਉਣੇ ਚਾਹੀਦੇ ਹਨ ਔਰ ਜੋ ਕਾਨੂੰਨ ਬਣਾਏ ਗਏ ਹਨ ਉਹਦੇ ਸੰਬੰਧ ਵਿੱਚ ਕਿਸਾਨਾਂ ਨੇ ਕਿਹਾ ਹੈ, ਕਿਸਾਨ ਲੀਡਰਸ਼ਿਪ ਨੇ ਕਿਹਾ ਹੈ ਵੀ ਅਸੀਂ ਮੰਗ ਹੀ ਨਹੀਂ ਕੀਤੀ। ਜਿੱਥੋਂ ਤੱਕ ਸਾਨੂੰ ਦਿਸ ਰਿਹਾ ਹੈ ਕਿ ਸਾਡੀਆਂ ਫਸਲਾਂ ਦੇ ਰੇਟ ਵੀ ਸਹੀ ਨਹੀਂ ਮਿਲਣੇ ਸਾਨੂੰ ਭਵਿੱਖ ਵਿੱਚ ਤੇ ਕਿਸਾਨੀ ਦਾ ਜਿਹੜਾ ਭਵਿੱਖ ਹੈ ਉਹ ਖਤਮ ਹੋਣ ਦੇ ਕਗਾਰ ਹੈ। ਤੇ ਬਤੌਰ ਕਿਸਾਨ ਪਰਿਵਾਰ ਤੋਂ ਮੈਂ ਹਾਂ ਤੇ ਮੈਂ ਆਪਦੇ ਬੱਚਿਆਂ ਨੂੰ ਕੀ ਵਿਰਾਸਤ ਦੇਵਾਂਗਾ ਇਸ ਬਾਰੇ ਸਮਝ ਨਹੀਂ ਪਾ ਰਿਹਾ, ਇਸ ਲਈ ਇਹ ਕਰਨਾ ਪਿਆ। ਜਾਖੜ ਸਾਹਿਬ ਜ਼ਮੀਨ ਤੁਹਾਡੇ ਕੋਲੇ ਹੈ, ਅਸੀਂ ਚਰਚਾ ਐਸੇ ਕਰ ਰਹੇ ਹਾਂ ਕਿ ਕਿਸਾਨ ਸਾਰੇ ਦਿੱਲੀ ਨੂੰ ਕੂਚ ਕਰ ਰਹੇ ਨੇ ਤੇ ਤੁਸੀਂ ਅਸਤੀਫੇ ਅੱਜ ਦੇ ਦਿੱਤਾ ਹੈ ਤੇ ਦਿੱਲੀ ਨੂੰ ਜਾਓਗੇ ਫਿਰ? ਹਾਂ ਜੀ। ਤੇ ਜਾਖੜ ਸਾਹਿਬ ਇਹ ਵੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਅੱਜ ਤੁਸੀਂ ਅਸਤੀਫਾ ਦਿੱਤਾ ਹੈ ਔਰ ਹੁਣ ਕਿਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ? ਕੋਈ ਨੋਟਿਸ ਪੀਰੀਅਡ ਕੁਝ 2 ਜਾਂ 3 ਮਹੀਨਿਆਂ ਦਾ ਹੁੰਦਾ? ਕੋਈ ਜਾਣਕਾਰੀ ਇਸ ਬਾਰੇ? ਹਾਂ, ਨੋਟਿਸ ਪੀਰੀਅਡ ਹੁੰਦਾ ਹੈ। ਉਹਦੇ ਵਿੱਚ ਦੂਸਰੀ ਸ਼ਰਤ ਇਹ ਹੁੰਦੀ ਹੈ ਵੀ ਜੇ ਤੁਸੀਂ ਨੋਟਿਸ ਪੀਰੀਅਡ ਤੋਂ ਪਹਿਲਾਂ ਕਰਨਾ ਹੈ, ਤੁਰੰਤ ਕਰਨਾ ਹੈ ਤਾਂ ਤੁਹਾਨੂੰ ਸਰਕਾਰੀ ਖਰਚੇ ਭਰਨੇ ਪੈਂਦੇ ਆ। ਮੈਂ ਉਹਨੂੰ ਲਿਖ ਕੇ ਦੇ ਦਿੱਤਾ ਵੀ ਜੋ ਤੁਸੀਂ ਮੈਨੂੰ
ਕਹੋਗੇ ਮੈਂ ਘੰਟੇ ਦੇ ਵਿੱਚ ਤੁਹਾਡਾ ਖਰਚਾ ਤਾਰ ਦਿਆਂਗਾ ਜੀ। ਤੇ ਜਾਖੜ ਸਾਹਿਬ ਇਹ ਵੀ ਹੈ ਗੱਲ ਕਿ ਉਹ ਮੈਨੂੰ ਤੁਹਾਡੇ ਅਮਾਉਂਟ ਬਣਾ ਕੇ ਇਸ ਦੱਸਣਗੇ ਵੀ ਜੀ ਇੰਨਾ ਪੈਸਾ ਤੁਹਾਨੂੰ ਜਮ੍ਹਾਂ ਕਰਾਉਣਾ ਪੈਣਾ, ਉਹ ਜਮ੍ਹਾਂ ਕਰਾ ਦੇਣ ਜੀ। ਤੇ ਜਾਖੜ ਸਾਹਿਬ ਅਸਤੀਫਾ ਤੁਸੀਂ ਦਿੱਤਾ ਅੱਜ, ਤੇ ਅਸੀਂ ਕਨਫਰਮ ਵੀ ਸਾਨੂੰ ਕਰਵਾ ਦਿਓ, ਕਿਉਂਕਿ ਅਫੀਸ਼ੀਅਲੀ ਕੋਈ ਲੈਟਰ ਤਾਂ ਸਾਡੇ ਲਵੇ ਫਿਲਹਾਲ ਨਹੀਂ ਪਹੁੰਚਿਆ। ਦਰਸ਼ਕ ਜਾਣਨਾ ਚਾਹੁੰਦੇ ਨੇ ਤੁਸੀਂ ਅੱਜ ਰਿਜ਼ਾਈਨ ਕਰ ਚੁੱਕੇ ਹੋ? ਹਾਂ, ਮੈਂ ਕੱਲ ਸ਼ਾਮ ਨੂੰ ਭੇਜ ਦਿੱਤਾ ਸੀ ਆਪਣਾ ਡਾਕੂਮੈਂਟ। ਠੀਕ ਹੈ। ਤੇ ਹੁਣ ਦਿੱਲੀ ਜਾਣ ਦੀਆਂ ਤਿਆਰੀਆਂ ਨੇ, ਕੀ ਲੱਗਦਾ ਕਦ ਤੱਕ ਸੰਘਰਸ਼ ਇਹ ਜਿਹੜਾ ਸਿਰੇ ਲੱਗੂਗਾ? ਕਿਉਂਕਿ ਲੱਖਾਂ ਦੀ ਗਿਣਤੀ 'ਚ ਜਿਹੜੇ ਕਿਸਾਨ ਪਹੁੰਚੇ ਹੋਏ ਨੇ ਜਾਖੜ ਸਾਹਿਬ, ਅਸੀਂ ਦੇਖਿਆ ਕਿ ਤਕਰੀਬਨ ਜਿਹੜੀ ਗਿਣਤੀ ਹੈ ਉਹ 5-7 ਲੱਖ ਤੋਂ ਪਾਰ ਹੋ ਚੁੱਕੀ ਹੈ। ਰਾਜਸਥਾਨ ਦਾ ਕਿਸਾਨ ਵੀ ਅੱਜ ਤਾਂ ਉੱਥੇ ਪਹੁੰਚ ਚੁੱਕਿਆ ਹੈ, ਪਰ ਸਰਕਾਰ ਸੁਣ ਹੀ ਨਹੀਂ ਰਹੀ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਸਰਕਾਰ ਨੂੰ ਸਮਤ ਬਖਸ਼ੇ ਔਰ ਛੇਤੀ ਤੋਂ ਛੇਤੀ ਇਹ ਗੱਲ ਨੂੰ ਹੱਲ ਕੱਢਣ। ਕਿਸਾਨ ਤਾਂ ਪਰਸੋਂ ਵਾਪਸ ਆ ਜਾਏਗਾ, ਜੇ ਸਰਕਾਰ ਚਾਹੂਗੀ ਵੀ ਵਾਪਸ ਜਾਣ ਤਾਂ ਯੈਸ ਕਰਨਾ ਹੈ ਤੇ ਗੱਲ ਖਤਮ ਹੋ ਜਾਏਗੀ। ਪਰ ਸਰਕਾਰ ਸੁਣ ਨਹੀਂ ਰਹੀ। ਮੈਂ ਬਿਲਕੁਲ ਇਸ ਗੱਲ ਨੂੰ ਜਾਇਜ਼ ਮੰਨਾਂਗਾ ਕਿ ਤੁਸੀਂ ਟਿੱਪਣੀ ਤਾਂ ਹਾਲਾਂਕਿ ਸਰਕਾਰਾਂ ਤੇ ਨਹੀਂ ਕਰਨੀ, ਪਰ ਖੇਤੀਬਾੜੀ ਇੱਕ ਸਟੇਟ ਸਬਜੈਕਟ ਹੈ ਜਾਖੜ ਸਾਹਿਬ। ਪਰ ਕੇਂਦਰ ਨਾਲ ਜੋ ਇਹ ਪ੍ਰੋਵੀਜ਼ਨਾਂ ਬਣਾਈਆਂ ਗਈਆਂ, ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਿਸਾਨ ਕਹਿ ਰਹੇ ਨੇ ਕਿ ਸਾਡੇ ਫੈਡਰਲ ਸਟਰਕਚਰ ਨੂੰ ਕੇਂਦਰ ਹਮੇਸ਼ਾ ਸੱਟ ਮਾਰਦਾ ਆਇਆ ਹੈ, ਭਾਵੇਂ ਪਾਣੀ ਦੇ ਮਸਲੇ ਤੇ ਹੋਵੇ, ਭਾਵੇਂ ਖੇਤੀਬਾੜੀ ਦੇ ਮਸਲੇ ਤੇ ਹੋਵੇ। ਤੇ ਹੱਲ ਫਿਰ ਇਸ ਚੀਜ਼ ਦਾ ਕੀ ਦੇਖਿਆ ਸੀ ਕਿ ਫੈਡਰਲ ਸਟਰਕਚਰ ਪੰਜਾਬ ਖੁਦ ਮੁਖਤਿਆਰ ਹੋਵੇ? ਨਹੀਂ, ਗੱਲ ਖੁਦ ਮੁਖਤਿਆਰ ਦਾ ਨਹੀਂ, ਕਿ ਕਲੀਅਰ ਕੱਟ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਅਲੱਗ-ਅਲੱਗ ਵੰਡੇ ਹੋਏ ਹੈ, ਸਟੇਟ ਲਿਸਟ ਤੇ ਕੰਕਰੈਂਟ ਲਿਸਟ ਤੇ ਅਲੱਗ ਸਬਜੈਕਟ ਹੈ। ਉਹਨਾਂ ਸਬਜੈਕਟਾਂ ਦੇ ਵਿੱਚ ਉਸੇ ਮੁਤਾਬਕ ਰੱਖਿਆ ਜਾਵੇ। ਕਨਸਟੀਟਿਊਸ਼ਨਲੀ ਜੋ ਰਾਈਟ ਸੈਂਟਰ ਸਰਕਾਰ ਨੂੰ ਹੈ ਉਹ ਉਹਦੇ ਮੁਤਾਬਕ ਕਰਨ। ਪਰ ਜੇ ਉਹ ਰਾਈਟ ਸਰਕਾਰ ਨੂੰ ਨਹੀਂ ਹੈ, ਸੈਂਟਰਲ ਗਵਰਨਮੈਂਟ ਨੂੰ, ਤਾਂ ਉਹ ਸਟੇਟ ਗਵਰਨਮੈਂਟ ਤੇ ਛੱਡਣ, ਤਾਂ ਸਟੇਟ ਗਵਰਨਮੈਂਟ ਇਹਦੇ ਬਾਰੇ ਫੈਸਲਾ ਕਰੇ। ਹਾਂ। ਤੇ ਇੱਕ ਹੋਰ ਸਵਾਲ ਹੈ ਮੇਰਾ ਜਾਖੜ ਸਾਹਿਬ ਕਿ ਵੱਡੀ ਗਿਣਤੀ ਦੇ ਵਿੱਚ ਉਹ ਖਿਡਾਰੀ ਵੀ ਸਾਹਮਣੇ ਆਏ ਸੀ ਜਿਨ੍ਹਾਂ ਨੇ ਕੌਮੀ ਪੁਰਸਕਾਰ ਵਾਪਸ ਕੀਤੇ। ਪੰਜਾਬ ਦੇ ਦਿੱਗਜ ਸਿਆਸਤਦਾਨ ਸਾਹਮਣੇ ਆਏ, ਉਹਨਾਂ ਨੇ ਪੁਰਸਕਾਰ ਵਾਪਸ ਕੀਤੇ। ਤੁਹਾਡਾ ਅਸਤੀਫਾ ਵੀ ਇੱਕ ਵੱਡੀ ਗੱਲ ਹੈ ਕਿਸਾਨੀ ਸੰਘਰਸ਼ ਦੇ ਵਿੱਚ ਤੁਸੀਂ ਦਿੱਤਾ, ਕਿਉਂਕਿ ਵੱਡਾ ਰੈਂਕ ਸੀ। ਪਰ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਇਹੀ ਬਿਆਨਬਾਜ਼ੀ ਆ ਰਹੀ ਹੈ ਕਿ ਇਹ ਕਿਸਾਨਾਂ ਦਾ ਸੰਘਰਸ਼ ਹੀ ਨਹੀਂ ਰਿਹਾ, ਇਸ ਵਿੱਚ ਤਮਾਮ ਸਿਆਸਤ ਹੋ ਰਹੀ ਹੈ। ਕੇਂਦਰ ਦੀ ਲੀਡਰਸ਼ਿਪ ਦੇ ਇਹ ਬਿਆਨ ਇਸ ਮੌਕੇ ਆਉਣੇ, ਜਦਕਿ ਕਿਸਾਨ ਤਾਂ ਵਿਚਾਰਾ ਠੰਡ ਦੀ ਰਾਤਾਂ ਬਿਨਾਂ ਛੱਤ ਤੋਂ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਦਿੱਲੀ ਦੇ ਵਿੱਚ। ਹਾਂ, ਤੁਸੀਂ ਇਹ ਕਿਹਾ, ਇਸ ਤੋਂ ਵੀ ਅੱਗੇ ਕਿਸਾਨਾਂ ਦੀ ਉੱਥੇ ਡੈਥ ਵੀ ਹੋਈ ਹੈ, ਤੇ ਮੈਂ ਸ਼ਰਧਾਂਜਲੀ ਤੁਹਾਡੀ ਚੈਨਲ ਰਾਹੀਂ ਦਿੰਦਾ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਮੌਤ ਹੋਈ ਹੈ ਇਸ ਸੰਘਰਸ਼ ਦੇ ਦੌਰਾਨ। ਤੇ ਜੇਕਰ ਸਰਕਾਰ ਸੁਹਿਰਦ ਹੁੰਦੀ ਤੇ ਮਸਲਾ 10 ਮਿੰਟਾਂ ਦਾ ਹੀ ਹੈ ਇਹ। ਤੇ ਅੱਜ ਤੁਸੀਂ ਅਸਤੀਫਾ ਦਿੱਤਾ ਹੈ, ਤੇ ਕੋਈ ਅਗਲਾ ਜ਼ਿੰਦਗੀ ਦਾ ਪਲਾਨ ਕਿਸਾਨੀ ਸੰਘਰਸ਼ ਦਾ ਤੁਸੀਂ ਸ਼ਾਮਲ ਹੋਵੋਗੇ? ਹਾਂ, ਅਗਲਾ ਤਾਂ ਮੇਰਾ ਪਲਾਨ ਇਹੀ ਹੈ ਵੀ ਮੈਂ ਆਪਦੇ ਪਿੰਡ ਜਾ ਕੇ ਖੇਤੀ ਕਰੂੰਗਾ। ਇਸ ਤੋਂ ਬਾਅਦ ਜਦੋਂ ਸਾਡਾ ਮਸਲਾ ਹੱਲ ਹੋ ਜਾਊਗਾ, ਉਮੀਦ ਹੈ ਵੀ ਇਹ ਜਲਦੀ ਹੋ ਜਾਊਗਾ ਹੱਲ, ਤੇ ਉਸ ਤੋਂ ਬਾਅਦ ਆਪਦੀ ਖੇਤੀ ਕਰੋ ਤੇ ਆਪਦੇ ਬੱਚਿਆਂ ਨਾਲ ਰਹੋ। ਸੋ ਬਿਲਕੁਲ ਲਖਵਿੰਦਰ ਜੀ, ਅਸੀਂ ਦੇਖ ਰਹੇ ਹਾਂ ਕੋਈ ਵੀ ਕਿਸਾਨ ਉੱਥੇ ਖੁਸ਼ੀ ਨਾਲ ਨਹੀਂ ਬੈਠਾ। ਹਾਂ, ਬਿਲਕੁਲ ਇਹੀ ਸਵਾਲ ਹੈ ਕਿ ਖੁਸ਼ੀ ਨਾਲ ਨਹੀਂ ਬੈਠਾ। ਬੱਚੇ ਬਜ਼ੁਰਗ ਵੀ ਉੱਥੇ ਬੈਠੇ ਨੇ, ਵੱਡੀ ਗਿਣਤੀ ਵਿੱਚ ਪੰਜਾਬ ਹੀ ਨਹੀਂ, ਹਰਿਆਣਾ ਹੀ ਨਹੀਂ, ਬਲਕਿ ਰਾਜਸਥਾਨ ਤਮਾਮ ਸੂਬਿਆਂ ਦੇ ਕਿਸਾਨ ਨੇ। ਪਰ ਸਰਕਾਰ ਦੇ ਇਸ ਰਵੱਈਏ ਤੇ ਵੀ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਕਿ 18ਵੇਂ ਦਿਨ ਦੇ ਵਿੱਚ ਤਾਂ ਅੱਜ ਇਹ ਪ੍ਰਦਰਸ਼ਨ ਪਹੁੰਚ ਚੁੱਕੇ ਹੈ। ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਪ੍ਰਪੋਜ਼ਲ ਰੱਖੀ ਹੈ, ਤੇ ਸਰਕਾਰ ਦੀ ਉਸ ਪ੍ਰਪੋਜ਼ਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਕਿਸਾਨਾਂ ਤੱਕ ਪਹੁੰਚਾਈ ਹੈ? ਹਾਲਾਂਕਿ ਕਿਸਾਨਾਂ ਨੇ ਠੋਕਰ ਮਾਰਤੀ ਕਿ ਅਸੀਂ ਤਾਂ ਸਿਰਫ ਕਾਨੂੰਨ ਨੂੰ ਰੱਦ ਕਰਵਾਉਣਾ ਆ। ਦੇਖੋ, ਇਸ ਵਿੱਚ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਐਗਜ਼ਾਮਪਲ ਦੇਣਾ ਚਾਹੂੰਗਾ ਜੀ। ਯੂਪੀ ਤੇ ਬਿਹਾਰ ਦੇ ਕਿਸਾਨ ਝੋਨਾ ਟਰੱਕਾਂ 'ਚ ਭਰ ਕੇ ਪੰਜਾਬ 'ਚ ਲਿਆ ਰਹੇ ਸੇਲ ਵਾਸਤੇ। ਜੇ ਉਹਨਾਂ ਨੂੰ ਉਹਨਾਂ ਦੇ ਗੇਟ ਤੇ, ਉਹਨਾਂ ਦੇ ਘਰੇ, ਉਹਨਾਂ ਦੀ ਮੰਡੀ ਵਿੱਚ ਇਹ ਰੇਟ ਸਹੀ ਮਿਲਦਾ ਤਾਂ ਉਹ ਪੰਜਾਬ 'ਚ ਕਿਉਂ ਨਹੀਂ ਆਉਂਦੇ? ਜੇ ਇਸੇ ਤਰ੍ਹਾਂ ਚੱਲੇਗਾ ਤਾਂ ਫਿਰ ਸਿਸਟਮ ਡੈਮੇਜ ਹੋ ਜਾਏਗਾ ਸਾਰਾ। ਤੇ ਬਲਕਿ ਉਹਨਾਂ ਨੂੰ ਇਹ ਪੰਜਾਬ ਨੂੰ ਤੇ ਹਰਿਆਣੇ ਨੂੰ ਛੱਡ ਕੇ ਇਹ ਸਾਰਾ ਸਿਸਟਮ ਹੈ ਜਿਹੜਾ ਯੂਪੀ ਤੇ ਬਿਹਾਰ ਵਿੱਚ ਵੀ ਪ੍ਰੋਪਰ ਕਰਨਾ ਚਾਹੀਦਾ, ਤਾਂ ਜੋ ਕਿਸਾਨ ਨੂੰ ਉਹਦੀ ਉਪਜ ਦਾ
ਬਲਕਿ ਸਾਰੇ ਇੰਡੀਆ ਵਿੱਚ ਕਰਨਾ ਚਾਹੀਦਾ। ਕਿਸਾਨ ਨੂੰ ਉਹਨਾਂ ਦੀ ਸਹੀ ਉਪਜ ਦਾ ਪੈਸਾ ਮਿਲੇ। ਔਰ ਅੱਗੇ ਇੱਕ ਗੱਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਵੇਂ ਮੈਂ ਕਿੰਨੂ ਦੇ ਬਾਗ ਵੀ ਹਨ, ਉੱਥੇ 6-7 ਰੁਪਏ ਕਿੰਨੂ ਖਰੀਦਿਆ ਜਾ ਰਿਹਾ ਹੈ, ਤੇ ਆਪ ਵਰਗੇ ਜਿਹੜੇ ਕਿੰਨੂ ਖਾਂਦੇ ਹੈ ਉਹਨਾਂ ਨੂੰ 40 ਰੁਪਏ 45 ਰੁਪਏ ਤੱਕ ਕਿੰਨੂ ਖਾਣਾ ਪੈਂਦਾ ਲੈ ਕੇ ਜੀ। ਤੇ ਜੇ ਕਿਸਾਨਾਂ ਨੂੰ 10-15 ਰੁਪਏ ਮਿਲੇ ਤੇ ਅੱਗੇ ਜਿਹੜਾ ਉਪਭੋਗਤਾ ਹੈ ਉਸ ਨੂੰ ਮਿਲੇ 25 ਰੁਪਏ, ਤਾਂ ਉਪਭੋਗਤਾ ਵੀ ਖੁਸ਼ ਤੇ ਕਿਸਾਨ ਵੀ ਖੁਸ਼। ਮੈਨੂੰ ਸਮਝ ਨਹੀਂ ਆ ਰਿਹਾ ਵੀ ਕਿਸਾਨਾਂ ਵੱਲੋਂ ਤਾਂ ਘੱਟ ਤੋਂ ਘੱਟ ਰੇਟ ਖਰੀਦੋ ਤੇ ਅੱਗੇ ਜਿਹੜਾ ਉਪਭੋਗਤਾ ਹੈ ਉਹਨੂੰ ਮਹਿੰਗੇ ਤੋਂ ਮਹਿੰਗੇ ਖਰੀਦੋ। ਔਰ ਕੁਝ ਲੋਕ ਇਹ ਕਹਿ ਰਹੇ ਜੀ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਜਦੋਂ ਕਿ ਹਰ ਬੰਦਾ ਜੋ ਹੈ ਉਹ ਸਵੇਰੇ ਦੁਪਹਿਰੇ ਸ਼ਾਮ ਕਿਸਾਨਾਂ ਦੀ ਉਪਜ, ਕਿਸਾਨਾਂ ਦੇ ਖੇਤਾਂ ਦੇ ਵਿੱਚ ਉਗਰੀ ਹੋਈ ਫਸਲਾਂ ਰਾਹੀਂ ਖਾਂਦਾ ਹੀ ਖਾਂਦਾ ਹੈ। ਭਾਵੇਂ ਜੰਮੂ ਕਸ਼ਮੀਰ ਦੇ ਸੇਬ ਹੋਣ ਜਾਂ ਹਿਮਾਚਲ ਦੇ ਸੇਬ ਹੋਣ ਜਾਂ ਮਹਾਰਾਸ਼ਟਰ ਦੀ ਫਸਲ ਹੋਵੇ, ਯੂਪੀ ਦੇ ਵਿੱਚੋਂ ਗੰਨਾ ਹੋਵੇ, ਹਰ ਚੀਜ਼ ਸਾਡੇ ਬ੍ਰੇਕਫਾਸਟ ਟੇਬਲ ਤੇ ਡਿਨਰ ਟੇਬਲ ਤੇ ਹੁੰਦੀ ਹੈ। ਸਮਝ ਨਹੀਂ ਆ ਰਹੀ ਵੀ ਕਿਉਂ ਇਹ ਇੰਨਾ ਇਸ ਮਸਲੇ ਨੂੰ ਉਲਝਾਇਆ ਜਾ ਰਿਹਾ ਹੈ। ਜੀ ਬਿਲਕੁਲ ਜਾਖੜ ਸਾਹਿਬ, ਸਵਾਲ ਇਹੀ ਹੈ ਕਿ ਜਦੋਂ ਕਿਸਾਨ ਫਸਲ ਨੂੰ ਬੀਜਦਾ ਹੈ ਤੇ ਜਦੋਂ ਫਸਲ ਤਿਆਰ ਹੁੰਦੀ ਹੈ ਤੇ ਫਿਰ ਉਹ ਕਾਰਪੋਰੇਟ ਘਰਾਣਿਆਂ ਤੇ ਜਦੋਂ ਹੱਥ ਲੱਗਦੀ ਹੈ ਤਾਂ ਉਹੀ ਕਣਕ ਜਿਹੜੀ 18 ਤੋਂ ਲੈ ਕੇ 20 ਰੁਪਏ ਕਿਲੋ ਹੈ ਉਹ 45-46 ਹੋ ਜਾਂਦੀ ਹੈ, ਤਾਂ ਆਮ ਵਰਗ ਤੇ ਤਾਂ ਅਸਰ ਪਊਗਾ ਹੀ ਪਊਗਾ। ਬਹੁਤ ਬਹੁਤ ਧੰਨਵਾਦ ਜਾਖੜ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ। ਤੁਹਾਡਾ ਅਸਤੀਫਾ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਵੱਡੀ ਕੁਰਬਾਨੀ ਕਹੀ ਜਾ ਸਕਦੀ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਵੱਡੀ ਗਿਣਤੀ ਵਿੱਚ ਕਿਸਾਨ ਲਗਾਤਾਰ ਦਿੱਲੀ ਦੇ ਵਿੱਚ ਡਟਿਆ ਹੋਇਆ। ਇੱਕ ਛੋਟੇ ਜਿਹੇ ਵਕਫੇ ਦੀ ਰੁਕਦੇ, ਜਲਦ ਹਾਜ਼ਰ ਹੋਣੇ ਆ ਬ੍ਰੇਕ ਤੋਂ ਬਾਅਦ।